ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਭੱਟੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿੱਚ। ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਅਸੀਂ ਭਾਗਾ ਵਾਲੇ ਆ ਕਿ ਅਸੀਂ ਮੋਰਚਾ ਫਤਿਹ ਕਰਨ ਵਾਸਤੇ ਹੁੰਦੇ ਆਸ ਹੀ ਭਰਾ ਬਹੁਤ ਬਹੁਤ ਧੰਨਵਾਦ ਤੁਹਾਡੇ ਆਉਣ ਦਾ। ਤੁਹਾਡੇ ਆਉਣ ਤੇ ਚਾਰ ਚੰਦ ਲੱਗ ਜਾਂਦੇ ਆ ਜੀ। ਸਾਨੂੰ ਪਹਿਲੋਂ ਤੇ ਕਾਲਸ ਪਹਿਲੋਂ ਖੜਕਣ ਲੱਗ ਜਾਂਦੀ ਹੈ ਕਿ ਭੱਟੀ ਸਾਹਿਬ ਨੇ ਕਦੋਂ ਆਉਣਾ। ਵੀ ਅਸੀਂ ਤਿਆਰ ਬੈਠੇ ਹਾਂ ਸੁਣਨ ਨੂੰ ਉਹਨਾਂ ਦੀਆਂ ਖੱਟੀਆਂ ਮਿੱਠੀਆਂ ਗੱਲਾਂ, ਖਰੀਆਂ ਖਰੀਆਂ ਗੱਲਾਂ। ਸੋ ਇਸ ਵੇਲੇ ਸ਼ੁਕਰੀਆ ਜੀ, ਇਸ ਵੇਲੇ ਹਾਜ਼ਰ ਹੋ ਚੁੱਕੇ ਨੇ ਜੀ। ਸਟੂਡੀਓ ਦਾ ਨੰਬਰ ਨੋਟ ਕਰ ਲਓ ਜੀ, 905 813 1320। ਫੇਸਬੁੱਕ, YouTube ਅਤੇ ਵੱਖ-ਵੱਖ IPTV ਸਰਵਰਾਂ ਤੇ ਤੁਸੀਂ ਇਸ ਵੇਲੇ ਭੱਟੀ ਸਾਹਿਬ ਨੂੰ ਲਾਈਵ ਟੈਲੀਵਿਜ਼ਨ ਤੇ ਦੇਖ ਵੀ ਸਕਦੇ ਹੋ। ਸੋ ਜ਼ਰੂਰ ਆਪਣੇ ਦੋਸਤਾਂ ਮਿੱਤਰਾਂ ਨੂੰ ਸੁਣਾਈਆਂ ਨੂੰ ਦੱਸ ਦਿਓ। ਤੁਸੀਂ ਐਪ ਵੀ ਡਾਊਨਲੋਡ ਕਰ ਸਕਦੇ ਹੋ, IPTV ਤੇ ਵੀ ਦੇਖ ਸਕਦੇ ਹੋ, ranglapunjab.com ਤੇ ਵੀ ਦੇਖ ਸਕਦੇ ਤੇ ਬਾਬਾ ਬੋਰਡ 1320 AM ਤੇ ਇਸ ਵੇਲੇ ਤੁਸੀਂ ਸੁਣ ਹੀ ਰਹੇ ਹੋ ਜੀ। ਸੋ ਭੱਟੀ ਸਾਹਿਬ ਆਓ ਫਿਰ ਸ਼ੁਰੂਆਤ ਕਰਦੇ ਕੁਝ ਖਬਰਾਂ ਦੇ ਨਾਲ। ਭ੍ਰਿਸ਼ਟਾਚਾਰ ਦੀ ਆਡੀਓ ਜਾਰੀ ਆਪਾਂ ਸਵੇਰੇ ਗੱਲ ਕੀਤੀ ਸੀ। ਹੋਣ ਤੋਂ ਬਾਅਦ ਸਾਬਕਾ ਫੌਜੀਆਂ ਨੇ ਵੀ ਫੌਜਾ ਸਿੰਘ ਸਰਾਈ ਨੂੰ ਘੇਰਿਆ। ਇਹਦੀ ਕੀ ਖਬਰ ਆ ਰਹੀ ਹੈ ਜੀ? ਖਬਰ ਇਹ ਹੈ ਜੀ ਕਿ ਫੌਜਾ ਸਿੰਘ ਦੀ ਜਿਹੜੀ ਇੱਕ ਆਡੀਓ ਰਿਲੀਜ਼ ਹੋਈ ਸੀ ਭ੍ਰਿਸ਼ਟਾਚਾਰ ਦੀ, ਉਸ ਕੇਸ ਦੇ ਵਿੱਚ ਇਨਕੁਆਇਰੀ ਸ਼ੁਰੂ ਹੋ ਗਈ। ਦੂਸਰੇ ਪਾਸੇ ਕੱਲ ਸਾਰਾਗੜ੍ਹੀ ਦੇ ਸ਼ਹੀਦਾਂ ਦਾ ਜਿਹੜਾ ਸਮਾਗਮ ਸੀ ਫਿਰੋਜ਼ਪੁਰ ਵਿਖੇ ਹੁੰਦਾ ਵਾ। 1897 ਦੇ ਵਿੱਚ ਜਿਹੜੇ 21 ਕੇ 22 ਯੋਧੇ ਸੀ, ਹਵਾਲਦਾਰ ਈਸ਼ਵਰ ਸਿੰਘ ਦੀ ਜਿਹੜੀ ਕਮਾਂਡ ਥੱਲੇ ਲੜੇ ਸੀ, ਸ਼ਹਾਦਤ ਪਾਈ ਸੀ, ਇੱਕ ਮਿਸਾਲ। ਉਸ ਮਿਸਾਲ ਨੂੰ ਕੱਲਾ ਅਸੀਂ ਇੰਡੀਆ ਦੇ ਵਿੱਚ ਨਹੀਂ, ਪੂਰੀ ਦੁਨੀਆ 'ਚ ਲਗਭਗ ਉਹਨਾਂ ਨੂੰ ਯਾਦ ਕੀਤਾ ਜਾਂਦਾ ਜਦੋਂ ਇਹ 12 ਸਤੰਬਰ ਹੋ ਰਹੀ ਹੈ। UK ਦੇ ਵਿੱਚ ਬਕਾਇਦਾ ਤੌਰ ਤੇ ਉੱਥੋਂ ਦੇ ਦੋਵੇਂ ਹਾਊਸ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਤੇ ਸਿਰ ਝੁਕਾ ਕੇ ਸਲਾਮੀ ਦਿੰਦੇ ਕਿ ਉਹਨਾਂ ਦੀ ਸ਼ਹਾਦਤ ਹੀ ਇੰਨੀ ਜ਼ਬਰਦਸਤ ਸੀ। ਕੱਲੇ ਉਹ ਨਹੀਂ ਲੜੇ, ਉਹਦੇ ਵਿੱਚ ਸਿਗਨਲ ਲੜਿਆ, ਉਹਦੇ ਚ ਲਾਦਰੀ ਵੀ ਲੜਿਆ। ਜਦ ਲੰਗਰ ਤਿਆਰ ਕਰਦਾ ਸੀ ਉਹਨੇ ਕਿਹਾ ਨਹੀਂ, ਆਖਰੀ ਆਪਾਂ ਵੀ ਇੱਥੇ ਸ਼ਹਾਦਤ ਬੜੀ ਪਜਾਣਾ ਦੀ। ਹੁਣ ਉਹਨਾਂ ਦਾ ਸਮਾਗਮ ਸੀ, ਉਹਨਾਂ ਦਾ ਸਮਾਗਮ ਮੁੱਖ ਸਮਾਗਮ ਜਿਹੜਾ ਵਾ ਉਹ ਬਕਾਇਦਾ ਤੌਰ ਤੇ ਫਿਰੋਜ਼ਪੁਰ ਵਿਖੇ ਮਨਾਇਆ ਜਾਂਦਾ। ਉੱਥੇ ਸਾਰਾਗੜ੍ਹੀ ਗੁਰਦੁਆਰਾ ਬਣਿਆ। ਸਾਰਾਗੜ੍ਹੀ ਉੱਥੇ ਯਾਦਗਾਰ ਬਣਾਉਣ ਵਾਸਤੇ 1 ਕਰੋੜ ਰੁਪਇਆ ਕੈਪਟਨ ਅਮਰਿੰਦਰ ਸਿੰਘ ਅੱਜ ਤੋਂ ਕਰੀਬ 3-4 ਸਾਲ ਪਹਿਲਾਂ ਦੇ ਕੇ ਗਿਆ ਸੀ। ਲੇਕਿਨ ਉਹਨਾਂ ਦੇ ਟਾਈਮ ਤੇ ਉਸ ਤੋਂ ਬਾਅਦ ਤੀਸਰੇ ਮੁੱਖ ਮੰਤਰੀ ਹੋ ਗਏ ਨੇ, ਯਾਦਗਾਰ ਦੀ ਬਣੀ। ਸਾਬਕਾ ਫੌਜੀਆਂ ਨੇ ਕੱਲ ਫਿਰ ਫੌਜਾ ਸਿੰਘ ਸਰਾਈ ਨੂੰ ਘੇਰਿਆ ਤੇ ਕਾਲੀਆਂ ਝੰਡੀਆਂ ਵਿਖਾਈਆਂ। ਤੁਸੀਂ ਕਰਦੇ ਇੱਕ ਦੂਸਰੇ ਜਦੋਂ ਫੰਡ ਆਏ ਪਏ ਤੇ ਜਦ ਕੇ ਪੜੀ ਜਦੋਂ ਘੇਰਿਆ ਫਿਰ ਇਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਤੇ ਗੁਰਦੁਆਰੇ ਦੇ ਪਿਛਲੇ ਪਾਸੇ ਦਰਵਾਜ਼ਾ ਸੀ, ਪੁਲਿਸ ਉਸ ਪਾਸੇ ਲੈ ਗਈ। ਜਿਹੜੇ ਉੱਥੋਂ ਦੇ SSP ਗੁਰਨੀਤ ਸਿੰਘ ਸੀ, ਉਹਨਾਂ ਦੀ ਝੜਪ ਵੀ ਫਿਰ ਫੌਜੀਆਂ ਨੂੰ ਹੋਈ। ਫੌਜੀਆਂ ਨੇ ਕਿਹਾ ਤੂੰ ਖੂਹ ਦਾ ਜੱਟੂ, ਤੈਨੂੰ ਪਤਾ ਨਹੀਂ ਫੌਜੀ ਕਿੱਥੇ ਲੜਦੇ ਨੇ, ਕਿਵੇਂ ਲੜਦੇ ਨੇ। ਅਸੀਂ ਠੰਡ ਵੀ ਵੇਖੀ ਆ, ਗਰਮੀ ਵੀ ਵੇਖੀ ਆ, ਅੱਤ ਵੀ ਵੇਖੀ ਤੇ ਅੰਤ ਵੀ ਵੇਖਿਆ। ਸ਼ਹਾਦਤਾਂ ਬੋਲਣ ਵਾਲੇ ਵੇਖੀ ਆ। ਤੁਸੀਂ ਇੱਥੇ ਜਿਹੜੀਆਂ ਗੁੱਲੀਆਂ ਲੁੱਟਣ ਵਾਲੇ ਬੰਦੇ ਉਹਦੀ ਬਹੁਤ ਝਾੜ ਝੰਬ ਕੀਤੀ। ਅਸੀਂ ਗੱਲ ਕਰਨੀ ਚਾਹੁੰਦੇ ਯਾਰ, ਉਹਦਾ ਤੁਸੀਂ ਗੱਲ ਤੇ ਕਰਦੇ ਹੋ ਨਾ। ਤੁਸੀਂ ਘੱਟੋ ਘੱਟ ਚਾਹੀਦਾ ਸੀ ਫੌਜਾ ਸਿੰਘ ਸਰਾਈ ਨੂੰ ਉਹ ਆਪ ਆਪਣੀ ਗੱਡੀ ਤੋਂ ਉਤਰ ਕੇ ਜਾ ਕੇ ਉਹਨੂੰ ਫੌਜੀਆਂ ਜਾਂਦੇ। ਫੌਜੀ ਸਾਡੇ ਬੜੇ ਸਤਿਕਾਰ ਦੇ, ਸਾਡੀਆਂ ਸਰਕਾਰਾਂ ਵੀ ਸਤਿਕਾਰ ਕਰਦੀਆਂ। ਅੱਜ ਦੀ ਡੇਟ ਦੇ ਵਿੱਚ ਤੁਸੀਂ ਜੋ ਮਰਜ਼ੀ ਕਰ ਲਓ, ਲੇਕਿਨ ਕੌਮੀ ਪੱਧਰ ਦੇ ਉੱਤੇ ਸਿਰਫ ਫੌਜੀ ਜਵਾਨ ਜੋ ਚੀਜ਼ ਦਾ ਉਹਨੂੰ ਸ਼ਹੀਦ ਦਾ ਦਰਜਾ ਦਿੰਦੇ, ਬਾਕੀ ਕਿਸੇ ਨੂੰ ਸ਼ਹੀਦ ਦਾ ਦਰਜਾ ਨਹੀਂ। ਉਹਨਾਂ ਨੇ ਫਿਰ ਇੰਨੀ ਗੱਲ ਕਹੀ, ਪੁਲਿਸ ਤੋਂ ਵੀ ਝੜਪ ਹੋਈ ਤੇ ਕਿਹਾ ਇਹ ਜਿਹੜੀ ਯਾਦਗਾਰ ਦੀ ਆ ਜੀ ਇੰਨੀ ਵੇਤੀ ਸ਼ੁਰੂ ਕਰਾਈ ਜਾਵੇ। ਜਦੋਂ ਕੈਪਟਨ ਅਮਰਿੰਦਰ ਸਿੰਘ ਪੈਸੇ ਦੇ ਗਏ ਨੇ, ਕਿਉਂ ਕੈਪਟਨ ਅਮਰਿੰਦਰ ਸਿੰਘ ਆਪ ਫੌਜੀ ਰਹੇ ਸੀਗੇ। ਫੌਜੀ ਰਹਿਣ ਕਰਕੇ ਉਹ ਫੌਜੀਆਂ ਦਾ ਮਾਣ ਸਤਿਕਾਰ ਵੀ ਕਰਦੇ ਸੀ ਤੇ ਉਹਨਾਂ ਦੀਆਂ ਮੰਗਾਂ ਵੱਲ ਵੀ ਵਿਸ਼ੇਸ਼ ਧਿਆਨ ਦਿੰਦੇ ਸੀਗੇ। ਇਸ ਕਰਕੇ ਫੌਜੀਆਂ ਨੇ ਕੱਲ ਘੇਰਿਆ ਤੇ ਕਾਲੀਆਂ ਝੰਡੀਆਂ ਵਿਖਾਈਆਂ ਤੇ ਮੁਰਦਾਬਾਦ ਤੇ ਫੌਜਾ ਸਿੰਘ ਸਰਾਈ ਦੇ ਨਾਅਰੇ ਵੀ ਲਾਏ। ਦੋਹਰੇ ਪਾਸੇ ਫਸ ਗਏ ਨੇ, ਇੱਕ ਪਾਸੇ ਫੌਜੀਆਂ ਘੇਰ ਲਿਆ ਤੇ ਦੂਜੇ ਪਾਸੇ ਜਿਹੜੀ ਉਹ ਆਡੀਓ ਦੀ ਜਾਂਚ ਸੀ ਉਹ ਸ਼ੁਰੂ ਹੋ ਗਈ ਆ। ਆਉਣ ਵਾਲੇ ਦਿਨ 'ਚ ਲੱਗਦਾ ਵੀ ਸਰਾਈ ਸਾਹਿਬ ਦੀ ਜਿਹੜਾ ਮੂੰਹ ਆਉ ਸਰਾਈ ਵਰਗਾ ਬਣਾ ਦੇਣਾ ਜੀ।
ਜੀ 905 813 1320 905 813 1320 ਲਾਈਨਸ ਹੁਣ ਅਸੀਂ ਓਪਨ ਕਰ ਚੁੱਕੇ ਹਾਂ ਜੀ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਤੁਸੀਂ ਸਰਾਈ ਵੇਖੀ ਜੀ? ਸਰਾਈ ਵੇਖੀ ਤੁਸੀਂ? ਨਹੀਂ ਮੈਂ ਨਹੀਂ ਦੇਖੀ, ਜਦੋਂ ਤੁਸੀਂ ਬੋਲਿਆ ਆ। ਸਰਾਈ ਜਿਹੜੀ ਹੁੰਦੀ ਨਾ ਇੱਕ ਛੋਟਾ ਜਿਹਾ ਘੜੇ ਟਾਈਪ ਹੁੰਦਾ ਤੇ ਉਹਦੀ ਜਿਹੜਾ ਮੂੰਹ ਨਾਲ ਲੰਬਾ ਜਿਹਾ ਹੁੰਦਾ ਵਾ। ਅੱਛਾ ਤਾਂ ਹੀ ਤੁਸੀਂ ਕਹਿ ਰਹੇ ਹੋ। ਉਹਦੇ ਵਿੱਚ ਪਾਣੀ ਪੈ ਜਾਂਦਾ ਤੇ ਕਿਹਾ ਜਾਂਦਾ ਉਹਦੇ ਨਿੱਕੇ ਨਿੱਕੇ 100 ਛੇਕ ਹੁੰਦੇ ਤੇ ਉਹਦੇ ਪਾਣੀ ਤੇ ਖਿੜਾ ਰਹਿੰਦਾ, ਉਹਨੂੰ ਸਰਾਈ ਕਹਿੰਦੇ ਆ। ਠੀਕ ਹੈ ਜੀ, ਆਲਰਾਈਟ। ਸੋ ਤੁਸੀਂ ਵੀ ਕਾਲ ਕਰ ਸਕਦੇ ਹੋ, ਤੁਹਾਡੀ ਹੁਣ ਵਾਰੀ ਆ ਚੁੱਕੀ ਹੈ ਜੀ। ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ 905 813 1320। ਤਖਤ ਸ਼੍ਰੀ ਪਟਨਾ ਸਾਹਿਬ ਦੀ ਗੱਲਬਾਤ ਕਰਨ ਜਾ ਰਿਹਾ ਜੀ। ਤਖਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰੇ ਮਸਕੀਨ ਨੇ ਉਹਨਾਂ ਖਿਲਾਫ 5 ਪਿਆਰਿਆਂ ਦੇ ਫੈਸਲੇ ਨੂੰ ਗੈਰ ਸੰਵਿਧਾਨਕ ਦੱਸਿਆ ਜੀ। ਕੀ ਖਬਰ ਹੈ ਜੀ? ਜਿਹੜਾ ਉਹਨਾਂ ਦਾ ਫੈਸਲਾ ਸੀ 5 ਪਿਆਰਿਆਂ, ਉਹਨਾਂ ਕਿ ਇਹ ਗੈਰ ਸੰਵਿਧਾਨਕ, ਆਪਣੀ ਜਗ੍ਹਾ ਤੇ ਬਿਲਕੁਲ ਠੀਕ ਨੇ ਗੋਹਰੇ ਮਸਕੀਨ। ਕਿਉਂ ਠੀਕ ਨੇ? ਇਹੀ ਵਿਅਕਤੀ, ਇਹੀ ਜਿਹੜੇ ਪੰਜ ਹੈਗੇ ਸੀ, ਇਹਨਾਂ ਤੋਂ 4 ਸ਼ਾਮਲ ਸੀ ਤੇ 5ਵੇਂ ਗਿਆਨੀ ਇਕਬਾਲ ਸਿੰਘ ਸ਼ਾਮਲ ਸੀ। ਜਦੋਂ ਸੌਦਾ ਸਾਹਿਬ ਨੂੰ ਮਾਫੀ ਦੇਣ ਤੋਂ ਬਾਅਦ ਜਿਹੜੀ ਆਪਾਂ ਗੱਲ ਕਰ ਰਹੇ ਸੀ ਜੇ ਜਥੇਦਾਰ ਤਖਤ ਸ੍ਰੀ ਪਟਨਾ ਸਾਹਿਬ ਦੀ ਗਿਆਨੀ ਰਣਜੀਤ ਸਿੰਘ ਗੋਹਰੇ ਮਸਕੀਨ ਦੀ, ਉਹਨਾਂ ਨੇ ਕਿਹਾ ਕਿ ਇਹ ਮੇਰੇ ਖਿਲਾਫ ਫੈਸਲਾ ਜਿਹੜਾ ਗੈਰ ਸੰਵਿਧਾਨਕ। ਸਾਡੀ ਪੰਜ ਪ੍ਰਧਾਨੀ ਮੇਰਾ ਤੇ ਹੈਗੀ ਆ, ਜਿਹਦੇ ਬਾਰੇ ਸਾਰੇ ਜਾਣਦੇ। ਪੰਜ ਪ੍ਰਧਾਨੀ ਮੈਂਬਰਾਂ ਬਾਰੇ ਆਪਾਂ ਉਹਨਾਂ ਤੇ ਟਿੱਪਣੀ ਨਹੀਂ ਕਰ ਸਕਦੇ, ਲੇਕਿਨ ਇਸ ਵੇਲੇ ਜਿਹੜੀ ਉਹਨਾਂ ਗੱਲ ਕੀਤੀ ਉਹ ਠੀਕ ਹੈ। ਗੱਲ ਚਾਵਲਾ ਸਾਹਿਬ ਬਕਾਇਦਾ ਤੌਰ ਤੇ ਜਦੋਂ 2015 ਦੇ ਵਿੱਚ ਸੌਦਾ ਸਾਹਿਬ, ਜਿਹਨੂੰ ਆਪਾਂ ਕਹਿ ਦਿੰਦੇ ਜੀ ਬਾਬਾ ਸੱਚੇ ਵਾਲਾ, ਗੁਰਮੀਤ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਅਕਾਲ ਤਖਤ ਤੋਂ, ਤੇ ਤਤਕਾਲੀ ਜਿਹੜੇ ਜਥੇਦਾਰ ਸੀ ਉਹਨਾਂ ਨੂੰ ਅਕਾਲ ਤਖਤ ਦੇ 5 ਪਿਆਰਿਆਂ ਨੇ ਸਪਸ਼ਟੀਕਰਨ ਦੇਣ ਲਈ ਬੁਲਾਇਆ ਸੀ। ਭਾਈ ਆ ਕੇ ਸਪਸ਼ਟੀਕਰਨ ਦਿਓ, ਤੁਸੀਂ ਮਾਫੀ ਦਿੱਤੀ ਕਿਵੇਂ ਤੇ ਵਾਪਸ ਕਿਵੇਂ ਲੈ। ਤੇ ਇਹ ਜਿਹੜੇ 5 ਪਿਆਰੇ ਨੇ ਜਿਹਨਾਂ ਨੇ ਉੱਥੇ ਹੁਣ ਜਥੇਦਾਰ ਦੇ ਖਿਲਾਫ ਜਿਹੜਾ ਵਾ ਉਹ ਆਪਣਾ ਜਿਹੜਾ ਅਸੀਂ ਫੈਸਲਾ ਸੁਣਾਇਆ ਵਾ, ਇਹਨਾਂ ਦੇ ਵਿੱਚੋਂ 4 ਉਹ ਸਨ ਜਿਹੜੇ ਗਿਆਨੀ ਇਕਬਾਲ ਸਿੰਘ ਨਾਲ ਬੈਠ ਕੇ ਉਹਨਾਂ ਨੇ ਉੱਥੇ ਬਕਾਇਦਾ ਤੌਰ ਤੇ ਇਹ ਕਿਹਾ ਸੀਗਾ ਕਿ 5 ਪਿਆਰਿਆਂ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਜਥੇਦਾਰ ਦੇ ਖਿਲਾਫ ਕੋਈ ਫੈਸਲਾ ਦੇ ਸਕਣ। ਹੁਣ ਜਾਂ ਉਹ ਸੱਚਾ ਉਹ ਠੀਕ ਸੀ ਜਾਂ ਇਹ ਠੀਕ ਸੀ, ਇਹਦਾ ਫੈਸਲਾ ਹੁਣ ਜਥੇਦਾਰ ਅਕਾਲ ਤਖਤ ਨੂੰ ਕਰਨਾ ਚਾਹੀਦਾ। ਇਹ ਬਕਾਇਦਾ ਤੌਰ ਤੇ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਗਿਆਨੀ ਰਣਜੀਤ ਸਿੰਘ ਗੋਹਰੇ ਮਸਕੀਨ ਕੋਲੇ ਹੁਣ ਕੋਈ ਰਸਤਾ ਹੋਰ ਰਹਿ ਨਹੀਂ ਗਿਆ ਸਵਾਈ ਇਸ ਗੱਲ ਦੇ ਕਿ ਉਹ ਜਾ ਕੇ ਬਕਾਇਦਾ ਤੌਰ ਤੇ ਹੁਣ ਅਕਾਲ ਤਖਤ ਨੂੰ ਅਪੀਲ ਕਰਨ, ਭਾਈ ਮੇਰੀ ਸੁਣਵਾਈ ਕੀਤੀ ਜਾਵੇ, ਉੱਥੇ ਜਾ ਕੇ ਅਪੀਲ ਕਰ। ਉਹਨਾਂ ਕਹਿਤਾ ਕਿ ਇਹਨਾਂ ਨੂੰ ਅਧਿਕਾਰ ਕੋਈ ਨਹੀਂ, ਮੇਰੇ ਖਿਲਾਫ ਜਿਹੜਾ ਫੈਸਲਾ ਜਾਏਗਾ ਬਿਲਕੁਲ ਗੈਰ ਸੰਵਿਧਾਨਕ, ਇੱਕ ਪਾਸਵਰਡ ਤੇ ਚਿੜ ਕੱਢਣ ਵਾਲਾ ਜਾਏਗਾ। ਮੈਂ ਦੋਸ਼ੀ ਨਹੀਂ, ਮੈਨੂੰ ਬੁਲਾਇਆ ਹੀ ਨਹੀਂ ਗਿਆ, ਮੈਨੂੰ ਪੁੱਛਿਆ ਹੀ ਨਹੀਂ ਗਿਆ ਤੇ ਇਹਨਾਂ ਨੇ ਆਪਣਾ ਫੈਸਲਾ ਸੁਣਾਇਆ। ਇਹ ਕਿਵੇਂ ਹੋ ਸਕਦਾ? ਜੇ ਉਹ ਅਦਾਲਤ ਲੱਗੀ, ਉਹਨਾਂ ਦੀ ਉਹ ਬੈਠੇ ਨੇ, ਤੁਸੀਂ ਘੱਟੋ ਘੱਟ ਮੈਨੂੰ ਬੁਲਾ ਕੇ ਮੈਨੂੰ ਪੁੱਛ ਦਿੱਤੀ ਕਹਾਣੀ ਕੀ ਵਾਪਰੀ ਤੇ ਮੈਂ ਆਪਣਾ ਪੱਖ ਪੇਸ਼ ਕਰਦਾ ਜੀ। ਚਲੋ ਫਿਰ ਵੀ ਮੰਨ ਲੈਂਦਾ ਕਿ ਜੇ ਇਹਨਾਂ ਨੇ ਮੈਨੂੰ ਬੁਲਾ ਕੇ ਪੁੱਛਿਆ ਤਾਂ ਮੰਨ ਲੈਂਦਾ ਵੀ ਚਲੋ ਠੀਕ ਆ, ਤੁਸੀਂ ਘੱਟੋ ਘੱਟ ਮੈਨੂੰ ਪੁੱਛਿਆ ਸਹੀ, ਲੇਕਿਨ ਨਹੀਂ ਪੁੱਛਿਆ ਗਿਆ। ਇਹ ਉਹਨਾਂ ਦੀ ਬਿਲਕੁਲ ਜਾਇਜ਼ਾਤੀ ਗੈਰ ਸੰਵਿਧਾਨਕ ਫੈਸਲਾ। ਜੇ ਆਪਾਂ 2015 ਦਾ ਜੋੜ ਕੇ ਵੇਖੀਏ ਤੇ 2015 ਤੇ ਹੁੰਦਾ 7 ਸਾਲ ਦਾ ਫਰਕ ਆ ਜੀ। 905 813 1320 ਸਟੂਡੀਓ ਦੇ ਨੰਬਰ ਨੇ ਜੀ, ਤੁਸੀਂ ਹੁਣ ਕਾਲ ਕਰ ਸਕਦੇ ਹੋ ਜੀ। ਤੁਹਾਡਾ ਕੋਈ ਸਵਾਲ ਜਵਾਬ ਹੋਵੇ ਤਾਂ 905 813 1320। ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਨਸ਼ਿਆਂ ਦੀ ਸਮਗਲਿੰਗ ਵਿੱਚ ਸਿਵਲ ਤੇ ਪੁਲਿਸ ਅਧਿਕਾਰੀ ਵੀ ਸ਼ਾਮਿਲ। ਇਹਦੀ ਕੀ ਖਬਰ ਹੈ ਜੀ ਪੱਟੀ ਸਾਹਿਬ? ਦੇਖੋ, ਬੀਜੇਪੀ ਨੇ ਇੱਕ ਮੁਹਿੰਮ ਚਲਾਈ, ਪਹਿਲਾਂ ਵੀ ਚਲਾਈ ਸੀ ਤੇ ਉਹਨਾਂ ਪੰਜਾਬ ਦੇ ਗਵਰਨਰ ਰਿਹਾ ਕਿ ਤੁਸੀਂ ਪਿੰਡਾਂ ਦੇ ਲੋਕਾਂ ਨਾਲ ਰਾਬਤਾ ਕਾਇਮ ਕਰੋ, ਉਹਨਾਂ ਨੂੰ ਜਿਹੜਾ ਸੀ ਆ ਜਿਹੜੇ ਨਸ਼ਿਆਂ ਵਾ ਇਹਨਾਂ ਦੇ ਮੁਹਿੰਮ ਚਲਾਓ। ਮੁਹਿੰਮ ਦੇ ਨਾਂ ਦੇ ਹੇਠ ਬੀਜੇਪੀ ਆਪਣੇ ਪੈਰ ਪੱਕੇ ਕਰਨਾ ਚਾਹੁੰਦੀ ਹੈ ਪੰਜਾਬ ਦੇ। ਉਹ ਪਿਛਲੀ ਵਾਰੀ ਵੀ ਯੂਨੀਵਰਸਿਟੀ ਚ ਆਏ ਤੇ ਐਤਕੀ ਫਿਰ ਯੂਨੀਵਰਸਿਟੀ ਅੰਮ੍ਰਿਤਸਰ ਚ ਆਏ।
ਉਹਨਾਂ ਦੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਗੱਲਬਾਤ ਵੀ ਕੀਤੀ ਤੇ ਅਪਰਾਧੀ ਜਿਹੜੀਆਂ ਸਰਗਰਮੀਆਂ ਨੂੰ ਰੋਕਣ ਲਈ ਕਿਹਾ, ਪਿੰਡਾਂ ਤੋਂ ਸਹਿਯੋਗ ਮੰਗਿਆ, ਪਿੰਡਾਂ ਨੂੰ ਕਿਹਾ ਵੀ ਤੁਸੀਂ ਆਪਣੀਆਂ ਜਿਹੜੀਆਂ ਕਮੇਟੀਆਂ ਬਣਾ ਕੇ ਇਹਨੂੰ ਰੋਕਣ ਦੀ ਕੋਸ਼ਿਸ਼ ਕਰੋ। ਤੇ ਨਾਲ ਉਹਨਾਂ ਕਹਿਤਾ ਵੀ ਮੇਰੇ ਕੋਲ ਜੋ ਸੂਚਨਾ ਮਿਲਦੀਆਂ ਉਹ ਮੰਦਭਾਗੀਆਂ ਵਾ ਵੀ ਜਿਹੜੀ ਨਸ਼ਿਆਂ ਦੀ ਸਮੈਗਲ ਤੇ ਹਥਿਆਰਾਂ ਦੀ ਸਮਗਲ ਤੇ ਮਾਈਨਿੰਗ ਦੇ ਵਿੱਚ ਉਹਦੇ ਵਿੱਚ ਸਿਵਲ ਤੇ ਪੁਲਿਸ ਅਧਿਕਾਰੀਆਂ ਦੀ, ਪੁਲਿਸ ਅਫਸਰਸ਼ਾਹੀ ਦੀ ਮਿਲੀ ਭੁਗਤ, ਜੇ ਉਹ ਮਿਲੀ ਭੁਗਤ ਬੜੀ ਮੰਦਭਾਗੀ ਹੈ। ਤੇ ਮੌਕੇ ਤੇ ਡੀਜੀਪੀ ਗੌਰਵ ਯਾਦਵ ਬੈਠੇ ਸੀ, ਜਿਹੜੇ ਕਹਿੰਦੇ ਸੀ ਹੁਣ ਵੀ ਕੀ ਕੀਤਾ ਜਾਵੇ, ਕੀ ਜਵਾਬ ਦੇਈਏ। ਇੱਕ ਨਹੀਂ, ਕਈ ਲੋਕ ਪਹਿਲਾਂ ਵੀ ਕਹਿ ਚੁੱਕਿਆ, ਇੱਕ ਗਵਰਨਰ ਨੂੰ ਇਹ ਗੱਲ ਕਹਿਣੀ ਜਿਹੜੀ ਆ ਉਹ ਸਿੱਧੀ ਪੁਲਿਸ ਨੂੰ ਚੈਲੰਜ ਹੈ, ਭਾਈ ਤੇਰੇ ਰਾਤ ਕੀ ਹੋ ਰਿਹਾ ਵੇਖੋ ਤੁਸੀਂ। ਇਸੇ ਕਰਕੇ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਗਵਰਨਰ ਸਾਹਿਬ ਨੇ ਬਿਲਕੁਲ ਸੱਚ ਬੋਲਿਆ ਵਾ ਜੀ। ਪੰਜਾਬ ਪੁਲਿਸ ਅੱਜ ਚਾਹੇ ਨਾ ਤੇ ਇੱਕ ਕੈਪਸੂਲ ਨਹੀਂ ਵੇਚ ਸਕਦਾ ਸੀ, ਕੈਪਸੂਲ ਮੈਂ ਸਮੈਕ ਨੂੰ ਵੱਡੀ ਗੱਲ ਵੱਖਰੀ ਗੱਲ ਉਹ ਨਹੀਂ ਵੇਚ ਸਕਦਾ ਜੀ। ਹੁਣ ਮਕਬੂਲਪੁਰਾ ਏਰੀਆ ਅੰਮ੍ਰਿਤਸਰ ਦਾ ਸਾਡਾ, ਜਿੱਥੇ ਇੱਕ ਕੁੜੀ ਤੋਂ ਨਸ਼ੇ ਦੇ ਵਿੱਚ ਖੜਾ ਵੀ ਨਹੀਂ ਹੋ ਜਾਂਦਾ, ਉਹ ਫੜੇ ਗਏ, ਤਸਕਰ ਵੀ ਫੜੇ ਗਏ, ਬਾਕੀ ਦੇ ਰੇਡ ਕੀਤੇ ਜਾ ਰਹੇ। ਕੁੜੀ ਅੰਮ੍ਰਿਤਸਰ ਦੀ ਨਹੀਂ, ਬਾਹਰ ਦੀ ਰਹਿਣ ਵਾਲੀ ਸੀ, ਨਾਲ ਹੀ ਲੜਾ ਰਹਿਣ ਵਾਲੀ ਸੀ। ਮਕਬੂਲਪੁਰਾ ਏਰੀਆ ਜਿਹਨੂੰ ਅਸੀਂ ਵਿਧਵਾਵਾਂ ਦੀ ਕਲੋਨੀ ਕਹਿੰਦੇ ਆ, ਜਿੱਥੇ ਬੰਦੇ ਵਿਚਾਰੇ ਮਰ ਚੁੱਕੇ ਨੇ ਤੇ ਬੀਬੀਆਂ ਆਪਣੇ ਜਿਹੜੇ ਬੱਚੇ ਨੇ ਉਹ ਦਿਹਾੜੀ ਦਾ ਕੰਮ ਕਰਦੇ ਜੀ। ਤੇ ਜੇ ਉੱਥੇ ਨਸ਼ੇ ਵਿਕਦੇ ਆ ਤੇ ਕਿਹਦੀ ਰਜਾਮੰਦੀ ਨਾਲ ਵਿਕਦੇ ਆ? ਪੁਲਿਸ ਦੀ ਸਹਿਮਤੀ ਨਾਲ ਵਿਕਦੀ ਆ, ਪੁਲਿਸ ਆਪ ਕੋਂਦੀ ਉਹਨਾਂ ਕੋਲ ਮਹੀਨਾ ਲੈਂਦੀ ਹੈ। ਇਹ ਬਿਲਕੁਲ ਰਾਜਪਾਲ ਸਾਹਿਬ ਦੀ ਗੱਲ ਠੀਕ ਆ। ਤੇ ਇਹਦੇ ਵਿੱਚ ਜਿਹੜੀਆਂ ਅਜਿਹੀਆਂ ਕਾਲੀਆਂ ਭੇਡਾਂ ਵਾ ਉਹਨਾਂ ਨੂੰ ਡੀਜੀਪੀ ਨੂੰ ਕਿਹਾ ਗਿਆ ਭਾਈ ਇਹਨਾਂ ਨੂੰ ਨੰਗਿਆ ਕਰੋ ਤੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਪਿੰਡ ਵਾਲਿਆਂ ਨੂੰ ਬਚਾਇਆ ਜਾਵੇ। ਤੇ ਪਿੰਡਾਂ ਵਾਲਿਆਂ ਨੇ ਕਿਹਾ ਆਪਣੀਆਂ ਤੁਸੀਂ ਪਿੰਡਾਂ ਦੇ ਠੀਕਰੀ ਪਰੇ ਲਾ ਲਓ, ਲਾ ਕੇ ਤੇ ਕਿਸੇ ਵੀ ਸਮਗਲਰ ਨੂੰ ਵੰਡ ਨਾ ਦਿਓ। ਜੇ ਤੁਹਾਡੇ ਆਖੇ ਕੋਈ ਅਫਸਰ ਨਹੀਂ ਲੱਗਦਾ ਤੇ ਉਹਦੀ ਇੱਕ ਮੇਲ ਕਰ ਦਿਓ, ਉਹਨੂੰ WhatsApp ਕਰ ਦਿਓ ਤੇ ਮੈਂ ਜਿਹੜਾ ਮੇਰਾ ਕੰਮ ਜੀ। 905-813-1320 ਤੁਸੀਂ ਸੁਣਦੇ ਜਾ ਰਹੇ ਹੋ ਤੇ ਦੇਖਦੇ ਜਾ ਰਹੇ ਹੋ ਪ੍ਰੋਗਰਾਮ ਰੰਗਲਾ ਪੰਜਾਬ। ਤੁਸੀਂ ਹੁਣ ਆਪਣੇ ਵਿਚਾਰ ਆਨ ਦੀ ਏਅਰ ਸਾਂਝੇ ਕਰ ਸਕਦੇ ਹੋ। ਤੁਹਾਡਾ ਕੋਈ ਸਵਾਲ ਹੋਵੇ 9058131320। ਇਸ ਵੇਲੇ ਤੁਸੀਂ ਸੁਣ ਰਹੇ ਹੋ ਜੀ ਜਸਬੀਰ ਸਿੰਘ ਜੀ ਪੱਟੀ ਜੀ ਇਸ ਵੇਲੇ ਲਾਈਨ ਤੇ ਸਾਡੇ ਨਾਲ ਹਾਜ਼ਰ ਨੇ। ਮਰੀਜ਼ ਦੀ ਜਾਨ ਬਚਾਉਣ ਲਈ ਡਾਕਟਰ ਨੂੰ 3 ਕਿਲੋਮੀਟਰ ਤੱਕ ਦੌੜਨਾ ਪਿਆ ਜੀ। ਪੱਟੀ ਸਾਹਿਬ ਇਹਦੀ ਕੀ ਖਬਰ ਸਾਹਮਣੇ ਆ ਰਹੀ ਹੈ? ਇਹ ਬੰਗਲੌਰ ਦੀ ਖਬਰ ਹੈ ਜੀ, ਕਰਨਾਟਕਾ ਦੀ ਖਬਰ। ਮੈਂ ਥੋੜੀ ਜਿਹੀ ਪਹਿਲਾਂ ਦੱਸ ਦਿਆਂ, ਰਾਜਪਾਲ ਸਾਹਿਬ ਨੇ ਇਹ ਵੀ ਕਿਹਾ ਕਿ ਜਿਹੜੇ ਨਸ਼ੇ ਦੇ ਸਮਗਲਰ ਉਹਨਾਂ ਦੀ ਸਜ਼ਾਵਾਂ ਇੰਨੀਆਂ ਸਖਤ ਹੋਣੀਆਂ ਚਾਹੀਦੀਆਂ, ਫਾਂਸੀ ਜਾਂ ਉਮਰ ਕੈਦ, ਇਹਦੀ ਕੋਈ ਸਜ਼ਾ ਨਹੀਂ ਹੁੰਦੀ। ਦੂਸਰੀ ਚੀਜ਼, ਇਹ ਡਾਕਟਰ ਜਿਹੜੇ ਬੰਗਲੌਰ ਵਾਲੇ ਨੇ ਜੀ, ਇਹ ਡਾਕਟਰ ਹੈਗੇ ਨੇ ਨੰਦ ਕੁਮਾਰ, ਸਿਵਲ ਸਰਜਨ ਨੇ, ਬੜੇ ਤਕੜੇ ਸਰਜਨ ਜੀ। ਨੰਦ ਕੁਮਾਰ ਦੀ ਜਿਹੜੀ ਗੱਡੀ ਸੀ ਉਹ ਫਸ ਗਈ ਸੀ ਟ੍ਰੈਫਿਕ ਜਾਮ ਦੇ ਵਿੱਚ। ਟ੍ਰੈਫਿਕ ਜਾਮ ਜਦੋਂ ਉਹਨੇ ਵੇਖਿਆ ਕਿ ਮੈਂ ਫਿਰ ਸਮੇਂ ਸਿਰ ਜਦੋਂ ਪੇਸ਼ੈਂਟ ਨੂੰ ਬੀਬੀ ਮਰਨ ਡਈ ਸੀ ਹਸਪੀਟਲ ਦੇ ਵਿੱਚ, ਉਹਦਾ ਜਾ ਕੇ ਇਮੀਡੀਏਟਲੀ ਆਪਰੇਸ਼ਨ ਕਰਨਾ ਸੀਗਾ। ਇਹਨੇ ਉੱਥੇ ਡਰਾਈਵਰ ਤੋਂ ਗੱਡੀ ਛੱਡੀ, ਭੀੜ ਦੇ ਵਿੱਚੋਂ ਨਿਕਲਿਆ ਜੀ ਤੇ ਦੌੜ ਕੇ 3 ਕਿਲੋਮੀਟਰ ਜਾ ਕੇ ਹਸਪੀਟਲ ਗਿਆ, ਜਿੱਥੇ ਕਿ ਇਹਨਾਂ ਦੀ ਬੇਸਬਰੀ ਦਾ ਇੰਤਜ਼ਾਰ ਕੀਤੀ ਜਾ ਰਹੀ ਸੀ ਗੱਡੀ ਕਦੋਂ ਆਈ ਕਦੋਂ ਨਹੀਂ ਆਈ। ਲੇਕਿਨ ਡਾਕਟਰ ਨੇ ਆਪਣੀ ਡਾਕਟਰ ਵਾਲੀ ਭੂਮਿਕਾ ਨਿਭਾਈ। ਆਮ ਤੌਰ ਤੇ ਅਸੀਂ ਕਹਿ ਦਿੰਦੇ ਕਿ ਡਾਕਟਰ ਜਿਹੜੇ ਆ ਨਾ ਉਹ ਮੈਂ ਕਹਿ ਦੀ ਇੱਕ ਕਸਾਈ ਹੁੰਦੇ ਆ, ਇਹ ਅਮੀਰ ਨਹੀਂ ਵੇਖਦੇ, ਗਰੀਬ ਨਹੀਂ ਵੇਖਦੇ, ਸਭ ਤੋਂ ਬਸ ਕਿਰਤ ਕਰਦੇ। ਹੁਣ ਡਾਕਟਰ ਨੇ ਜਾ ਕੇ ਆਪਰੇਸ਼ਨ ਕੀਤਾ ਤੇ ਉਹ ਲੇਡੀ ਦੀ ਜਾਨ ਬਚਾਈ। ਇਹਦੇ ਨਾਲ ਮੈਨੂੰ ਇੱਕ ਗੱਲ ਹੋਰ ਜ਼ਿਆਦਾ, ਇੱਕ ਬੰਦੇ ਨੂੰ ਕੋਈ ਅਟੈਕ ਮਾੜਾ ਮੋਟਾ ਆਇਆ ਕਿ ਨਹੀਂ ਆਇਆ, ਡਾਕਟਰ ਕਹਿੰਦੇ ਵੀ ਨਹੀਂ ਬਈ ਤੇਰਾ ਤੇ ਬਹੁਤ ਮਾਮਲਾ ਗੜਬੜ, ਬਹੁਤ, ਤੈਨੂੰ ਹੁਣੇ ਹੀ ਪੈਸੇ ਜਮ੍ਹਾਂ ਕਰ, ਤੈਨੂੰ ਹੁਣੇ ਤੇਰਾ ਆਪਰੇਸ਼ਨ ਕਰਨਾ ਪੈਣਾ, ਬਾਈ ਤੋਂ ਸਰਜਰੀ ਕਰਨੀ ਚਾਹੀਦੀ। ਉਹ ਕਹਿੰਦਾ ਠੀਕ ਹੈ ਜੀ, ਬੰਦਾ ਮਾੜਾ ਸੀਗਾ, 10 ਲੱਖ ਰੁਪਏ ਜਮ੍ਹਾਂ ਕਰਾਓ ਜੀ। ਉਹਨੇ ਕਿਸੇ ਤਰੀਕੇ ਨਾਲ ਆਪਣੇ ਰਿਸ਼ਤੇਦਾਰ ਕੋਲ ਫੜ ਕੇ ਕੁਛ ਉਹਨੇ ਵਿਆਜੀ ਫੜ ਕੇ ਪੈਸੇ ਜਿਹੜੇ ਸੀ ਜਮ੍ਹਾਂ ਕਰਾਉਣ ਦੀ ਗੱਲ ਸੀ। ਜੋ ਪੈਸੇ ਜਮ੍ਹਾਂ ਕਰਾਉਣ ਤੋਂ ਪਹਿਲਾਂ ਉਹਨੂੰ ਫਾਰਮ ਭਰਨ ਵਾਸਤੇ ਕਿਹਾ, ਫਾਰਮ ਭਰਿਆ, ਆਪਣਾ ਨਾਮ ਲਿਖਿਆ, ਐਡਰੈਸ ਲਿਖਿਆ, ਪਿਤਾ ਦਾ ਨਾਮ ਲਿਖਿਆ, ਸਾਰਾ ਲਿਖਤਾ, ਬਲੱਡ ਗਰੁੱਪ ਲਿਖਤਾ। ਕਹਿੰਦੇ ਆਕੂਪੇਸ਼ਨ ਕੀ ਹੈ ਤੁਹਾਡਾ, ਕਿੱਤਾ ਕੀ ਆ ਜੀ? ਉਹਨੇ ਲਿਖਤਾ ਈਡੀ। ਈਡੀ ਲਿਖਣ ਦੀ ਦੇਰ ਸੀ, ਡਾਕਟਰ ਦੀ ਭਾਜੀ ਬਣ ਗਈ, ਕਹਿੰਦੇ ਦੁਬਾਰਾ ਟੈਸਟ ਕਰੋ ਇਹਨਾਂ ਦੇ।
ਦੁਬਾਰਾ ਟੈਸਟ ਕੀਤੇ ਤੇ ਉਹਨੂੰ ਕਹਿੰਦੇ ਨਹੀਂ ਜੀ ਤੁਹਾਡਾ ਦਵਾਈਆਂ ਨਾਲ ਠੀਕ ਹੋ ਜਾਊਗਾ, ਬਹੁਤੀ ਪ੍ਰੋਬਲਮ ਨਹੀਂ ਹੈ। ਇਹ ਡਾਕਟਰਾਂ ਦੀ ਹੁਣ ਈਡੀ ਦੇ ਉੱਤੇ ਜਿਹੜੇ ਉਹ ਟੈਸਟ ਦੁਬਾਰਾ ਹੋਏ ਸੀ ਉੱਤੇ 80% ਰਿਬੇਟ ਦਿੱਤੀ ਗਈ ਉਹਨੂੰ, ਈਡੀ ਦੇ ਨਾਂ ਸੁਣ ਕੇ, ਈਡੀ ਦੇ ਨਾਂ ਸੁਣ ਕੇ ਭਾਈ ਕੱਲ ਨੂੰ ਇਹਨੇ ਆਉਣਾ ਜੀ। ਉਹ ਬੰਦਾ ਅੱਜ ਵੀ ਜਾਂਦਾ ਤੇ ਡਾਕਟਰ ਬਾਕੀ ਨੂੰ ਛੱਡ ਕੇ ਪਹਿਲਾਂ ਚੈੱਕ ਕਰਦੇ ਉਹਨੂੰ, ਤੇ ਦਵਾਈ ਵੀ ਰਿਆਤੀ ਦਿੰਦੇ ਆ, ਸਸਤੀ ਦਿੰਦੇ ਆ, ਤੇ ਉਹਦਾ ਇਲਾਜ ਵੀ ਕਰਦੇ ਆ। ਐਕਚੁਅਲੀ ਹੁੰਦਾ ਕੀ ਆ, ਈਡੀ ਦਾ ਮਤਲਬ ਹੁੰਦਾ ਇਨਫੋਰਸਮੈਂਟ ਡਾਇਰੈਕਟੋਰੇਟ, ਸਾਡੀ ਬੜੀ ਤਕੜੀ ਸੰਸਥਾ ਜਿਹਨੂੰ ਮਰਜ਼ੀ ਕੁੰਡੀ ਪਾ ਲੇ। ਓਕੇ, ਲੇਕਿਨ ਉਹ ਈਡੀ ਇਨਫੋਰਸਮੈਂਟ ਡਾਇਰੈਕਟੋਰੇਟ ਨਹੀਂ ਸੀਗਾ, ਉਹ ਐਜੂਕੇਸ਼ਨ ਡਿਪਾਰਟਮੈਂਟ ਸੀਗਾ। ਮਤਲਬ ਈਡੀ ਦੇ ਐਜੂਕੇਸ਼ਨ ਡਿਪਾਰਟਮੈਂਟ ਲਿਖਿਆ ਹੁੰਦਾ 10 ਲੱਖ ਤੋਂ ਠੋਕਤਾ ਹੈ ਫਰਕ ਉਹਨਾਂ ਨੂੰ, ਉਹਦੇ ਈਡੀ ਲਿਖਣਾ ਇਹ ਡਾਕਟਰ ਚਾਲੂ ਹੋ ਗਏ ਤੇ ਉਹਦਾ ਜਿਹੜਾ ਪੇਸ਼ੈਂਟ ਜਿਹੜਾ ਕੱਟ ਵੱਢ ਕਰਨੀ ਸੀ ਉਹ ਰੋਕੀ ਤੇ ਬੰਦਾ ਨੰਬਰ 9 ਅੱਜ ਵੀ ਆਪਣਾ ਕੰਮ ਕਰ ਜੀ ਜੀ। ਬੜੀ ਸਾਹਿਬ ਸਾਡਾ ਕਾਲਰ ਨੇ ਜੀ, ਅਸੀਂ ਲੈਂਦੇ ਆ ਪਹਿਲੀ ਕਾਲ ਆਨ ਦੀ ਏਅਰ ਤੇ ਤੁਸੀਂ ਵੀ ਹੁਣ ਆਪਣੇ ਸਵਾਲ ਪੁੱਛ ਸਕਦੇ ਹੋ, ਸਾਡੇ ਕੋਲ ਸਿਰਫ 10 ਮਿੰਟ ਰਹਿ ਗਏ ਨੇ ਜੀ, ਤੇ ਆਓ ਫਿਰ ਲੈਂਦੇ ਆ ਪਹਿਲੀ ਕਾਲ। ਸਤਿ ਸ਼੍ਰੀ ਅਕਾਲ ਕਾਲਰ। ਹਾਂਜੀ ਬੇਟਾ ਜੀ ਤੇ ਪੱਟੀ ਸਾਹਿਬ, ਮੈਂ ਜਗਮੇਲ ਸਿੰਘ ਖਾਲਸਾ, ਓਲੀਵਰ। ਸਤਿ ਸ਼੍ਰੀ ਅਕਾਲ ਜੀ। ਖਾਲਸਾ ਜੀ ਹੁਕਮ ਕਰੋ। ਜਿਹੜਾ ਆਪਣੇ ਵੈਨਕੂਵਰ ਤੋਂ 400 ਕਿਲੋਮੀਟਰ ਚੜ੍ਹਦੇ ਪਾਸੇ ਅਮਰੀਕਾ ਦੇ ਬਾਰਡਰ ਦੇ ਨਾਲ ਅਸੀਂ ਰਹਿੰਦੇ ਹਾਂ ਜੀ। ਇਹ ਬੜਾ ਖੂਬਸੂਰਤ ਪਿੰਡ ਹੈ, ਸਬਜ਼ੀਆਂ ਤੇ ਫਰੂਟ ਦਾ ਘਰ ਹੈ ਇਹ। ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਪੱਟੀ ਸਾਹਿਬ ਨੂੰ ਕਿ ਦੇਖੋ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਹੈ, ਦੇਖੋ ਕਿੰਨੇ ਫੌਜੀ ਅਫਸਰ ਹਾਈ ਰੈਂਕਿੰਗ ਔਰ ਇਸੇ ਤਰ੍ਹਾਂ IPS IAS ਪੱਤਰਕਾਰ ਪ੍ਰੋਫੈਸਰ ਇਹ ਜਿਹੜੇ ਵਿਦਵਾਨ ਨੇ ਇਹਨਾਂ ਨੂੰ ਬੜੀਆਂ ਪੈਨਸ਼ਨਾਂ ਮਿਲਦੀਆਂ, ਇਹ ਫ੍ਰੀ ਸਰਵਿਸ ਕਰ ਸਕਦੇ ਆ। ਔਰ ਜੀਤ ਸਿੰਘ ਗੌਹਰ ਨੂੰ ਆਪਣੇ ਆਪ ਕੋਈ ਪੈਸਾ ਲੈਣ ਦੀ ਉਹਨੂੰ ਹੱਕ ਹੀ ਨਹੀਂ ਸੀਗਾ ਉਹਨਾਂ ਨੂੰ, ਔਰ ਜਿਹੜਾ ਉਹਨਾਂ ਨੇ ਅਦਲਾ ਬਦਲੀ ਕੀਤੀ ਤੇ ਮਗਰੋਂ ਉੱਥੇ ਸੋਨਾ ਨਿਕਲਿਆ ਹੀ ਨਹੀਂ। ਪਹਿਲੀ ਗੱਲ ਤਾਂ ਡਾਕਟਰ ਸਮਰਾ ਜਿਹੜਾ ਹੈ ਕਿ ਉਹਨਾਂ ਨੇ ਉਹ ਇੰਨਾ ਪੈਸਾ ਦਿੱਤਾ ਕਿਉਂ, ਉਹ ਕਿਸੇ ਚੱਜ ਦੇ ਕੰਮ ਤੇ ਲਾਉਂਦੇ ਤੇ ਉਹ ਕੀ ਇੱਕ ਹਸਪੀਟਲ ਤੇ ਲਾਉਂਦੇ, ਕੋਈ ਸੜਕ ਤੇ ਲੋਕ ਤੰਗ ਸਨ ਉੱਥੇ ਵੀ ਕਢਾ ਦਿੰਦੇ। ਤੇ ਮੈਂ ਇਹ ਗੱਲ ਕਿ ਗਰੀਬ ਬੱਚਿਆਂ ਨੂੰ ਪੜ੍ਹਾਉਣ ਦੀ ਗੱਲ ਕਰਦੇ ਤੇ ਇਹ ਇੱਧਰ ਨੂੰ ਕਿਉਂ ਜਾ ਰਹੇ ਆ। ਬਾਕੀ ਜਿਹੜਾ ਉਹ ਹੈਗਾ ਫੌਜਾ ਸਿੰਘ ਸਰਾਰੀ, ਉਹ ਵਿਚਾਰਾ ਪੁਲਿਸ ਤੋਂ ਆਇਆ, ਉਹ ਰਿਸ਼ਵਤ ਲੈਣ ਨੂੰ ਮਜਬੂਰ ਹੈ, ਉਹ ਪਹਿਲਾਂ ਉਹ ਮਹਿਕਮੇ ਤੋਂ ਆਇਆ ਹੋਇਆ। ਹੁਣ ਇਹ ਨਹੀਂ ਪਤਾ ਵੀ ਉਹਨੇ ਇਹ ਗੱਲ ਕਹੀ ਹੈ ਕਿ ਨਹੀਂ ਕਹੀ, ਪਰ ਉਹ ਕਹਿੰਦਾ ਵੀ ਆਵਾਜ਼ ਮੇਰੀ ਹੈ, ਪਰ ਜ਼ਰੂਰ ਹਿੱਸਾ ਪੱਤੀ ਵਾਲੀ ਗੱਲ ਤਾਂ ਰਿਸ਼ਵਤ ਲੈਣ ਦੀ ਹੋਈ ਹੋਊਗੀ। ਬਾਕੀ ਪੱਟੀ ਸਾਹਿਬ ਤੋਂ ਤਾਂ ਕੋਈ ਗੱਲ ਉਹਨੇ ਹੈ ਨਹੀਂ, ਢੱਕਣ ਚੱਕ ਦੇਣਗੇ। ਦੱਸਿਓ ਜਰਾ, ਬਹੁਤ ਤੁਹਾਡਾ ਜੀ, ਬਹੁਤ ਬਹੁਤ ਧੰਨਵਾਦ ਜੀ ਖਾਲਸਾ ਸਾਹਿਬ, ਥੈਂਕ ਯੂ ਸੋ ਮਚ ਜੀ। ਜਿਹੜੀ ਤੁਸੀਂ ਪਹਿਲੀ ਗੱਲ ਕੀਤੀ ਹੈ ਜੀ ਸਾਬਕਾ ਫੌਜੀਆਂ ਦੀ, ਮੈਂ ਤੁਹਾਨੂੰ ਇੱਕ SGPC ਦੀ ਕਰਤੂਤ ਲੱਗਾ ਦੱਸਣ, ਸੁਣਿਓ ਧਿਆਨ ਨਾਲ ਜੀ। ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਗੁਰਿੰਦਰ ਸੀ, ਇੱਕ ਫਲਾਈਂਗ ਅਫਸਰ ਇੱਕ ਆਇਆ, ਉਹ ਸਿੰਘ ਸਭਾ ਚੰਡੀਗੜ੍ਹ ਦਾ ਜਿਹੜਾ ਸੀ ਅਧਿਕਾਰੀ ਸੀ। ਉਹਨੇ ਆ ਕੇ ਕੁਝ ਸੁਝਾਅ ਦਿੱਤੇ ਤੇ ਮੈਂ ਉਹਦੇ ਅੱਗੇ ਸੁਝਾਅ ਸੁਣ ਕੇ ਨਾ ਬੈਠਾ ਸੀ ਤੇ ਮੈਂ ਉਹਨੂੰ ਵੈਸੇ ਇੰਨੀ ਗੱਲ ਕੀ, ਮੈਂ ਕਿਹਾ ਜੀ ਗੱਲ ਸੁਣੋ ਅਫਸਰ ਸਾਹਿਬ, ਥੋੜੀ ਜਿਹੀ ਮਦਦ ਕਰੋ ਸ਼੍ਰੋਮਣੀ ਕਮੇਟੀ ਦੀ। ਕਹਿੰਦੇ ਦੱਸੋ। ਮੈਂ ਕਿਹਾ ਸਾਨੂੰ 8-10 ਬੰਦੇ ਜਿਹੜੇ ਸਾਬਕਾ ਫੌਜੀ ਗੁਰਸਿੱਖ ਹੋਣ, ਜਿਨ੍ਹਾਂ ਨੂੰ 2-3 ਭਾਸ਼ਾ ਤੇ ਕਮਾਂਡ ਹੋਵੇ ਤੇ ਉਹਨਾਂ ਦੇ ਜਿਹੜੇ ਸੀ ਬਕਾਇਦਾ ਤੌਰ ਤੇ ਸਿੱਖ ਇਤਿਹਾਸ ਬਾਰੇ, ਗੁਰਬਾਣੀ ਬਾਰੇ ਉਹਨਾਂ ਨੂੰ ਜਾਣਕਾਰੀ ਹੋਵੇ। ਕਹਿੰਦਾ 7-8 ਨਹੀਂ, ਸਾਡੇ ਕੋਲ 40 ਬੰਦਿਆਂ ਦੀ ਇੱਕ ਟੀਮ ਹੈਗੀ। 40 ਬੰਦਿਆਂ ਦੀ ਟੀਮ ਹੈਗੀ ਆ, ਉਹਨਾਂ ਬੰਦਿਆਂ ਨੂੰ ਲੱਖ ਰੁਪਏ ਪੈਨਸ਼ਨ ਮਿਲਦੀ ਹੈ, ਬੱਚੇ ਉਹਨਾਂ ਦੇ ਵੈਲ ਸੈਟਲ ਨੇ, ਉਹਨਾਂ ਦੇ ਰਹਿਣ ਦਾ ਬੰਦੋਬਸਤ ਕਰਦੇ, ਉਹ ਵਲੰਟਰੀ ਸੇਵਾ ਕਰਨਗੇ ਪ੍ਰਕਰਮਾਂ ਦੇ ਵਿੱਚ, ਬਾਕਾਇਦਾ ਤੌਰ ਤੇ ਟੀ-ਸ਼ਰਟ ਪਾਈ ਹੋਈ ਗਾਈਡ ਉਹ ਦੱਸਣਗੇ ਕਿ ਹਰਿਮੰਦਰ ਸਾਹਿਬ ਦਾ ਇਤਿਹਾਸ, ਗੁਰੂ ਸਾਹਿਬ ਦਾ ਇਤਿਹਾਸ ਦੱਸਣਗੇ। ਤੁਸੀਂ ਗੱਲ ਕਰੋ ਸਾਡੇ ਵਿੱਚ ਬੰਦੇ ਤੇ ਜਥੇਦਾਰ ਸਾਹਿਬ ਦੇ ਉੱਥੇ ਵੀ ਅਗਰਤੀ ਵੀ ਦੱਸੋ ਬੰਦੇ ਕਿ ਮਾਓ ਸਾਨੂੰ ਅਸੀਂ ਨੇ ਤਾਂ ਇੱਕ ਇੰਟਰਵਿਊ ਤੇ ਰਾਜੀ ਵੀ ਕਿੱਦਾਂ ਕਰਨੀ ਕਿੱਦਾਂ ਨਹੀਂ ਕਰਨੀ। ਕਹਿੰਦੇ ਠੀਕ ਹੈ ਜੀ, ਚਲੋ ਆਪਾਂ ਉਹ ਜਾ ਕੇ ਗੱਲ ਜਿਹੜੀ ਸੀ ਮੱਕੜ ਸਾਹਿਬ ਕੀਤੀ ਪ੍ਰਧਾਨ ਕੋਲੇ, ਪ੍ਰਧਾਨ ਕਹਿੰਦਾ ਬੜੀ ਚੰਗੀ ਗੱਲ, ਮਾੜੀ ਗੱਲ ਕੋਈ ਨਹੀਂ, ਬਹੁਤ ਵਧੀਆ ਜੇ ਵਲੰਟੀਅਰ ਬੰਦੇ ਮਿਲਦੇ ਜੀ। ਚਲੋ ਉਹ ਗੱਲ ਮੁੱਕ ਗਈ। ਜਦੋਂ ਉਹ ਗੱਲ ਕੀਤੀ ਫਾਈਨਲ ਕਰਨ ਲੱਗੇ ਤੇ ਮੈਂ ਕਿਹਾ ਜੀ ਦੱਸੋ ਪ੍ਰਧਾਨ ਜੀ ਕੀ ਕਰਨਾ, ਤੇ ਉਹਨਾਂ ਦਾ PA ਕਹਿੰਦਾ ਇਹਨਾਂ ਦਾ ਕੋਈ ਜਾਤੀ ਇੰਟਰਸਟ ਨਹੀਂ, ਫ੍ਰੀ ਕੰਮ ਕਰਨਾ ਚਾਹੁੰਦੇ ਆ।
ਇਹ ਕਰਤੂਤ ਆ ਇਹਨਾਂ ਲੋਕਾਂ ਦੀ, ਇਹ ਕਰਤੂਤ ਜੀ ਤੁਸੀਂ ਗੱਲ ਕਰਦੇ ਹੋ ਕਿ ਕਿਹੜਾ ਕੰਮ ਨਹੀਂ ਕਰ ਸਕਦੇ, ਸੰਭਾਲ ਸਕਦੇ, ਵਲੰਟਰੀ ਸੰਭਾਲ ਸਕਦੇ, ਉਹਨਾਂ ਨੂੰ ਕੋਈ ਤਨਖਾਹ ਦੀ ਲੋੜ ਨਹੀਂ ਹੈ। ਦੂਸਰੀ ਚੀਜ਼ ਜੀ ਬੜੀ ਸਾਹਿਬ, ਜਿਹੜੀ ਸਰਾਈ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ, ਕੋਈ ਸ਼ੱਕ ਵਾਲੀ ਗੱਲ ਨਹੀਂ, ਉਹ ਪੁਲਿਸ ਦੇ ਵਿੱਚੋਂ ਆਇਆ ਤੇ ਪੁਲਿਸ ਜਿਹੜੀ ਆ ਉਹ ਪੈਸੇ ਨੂੰ ਬਹੁਤ ਪਿਆਰ ਕਰਦੀ ਹੈ। ਪੁਲਿਸ ਤੇ ਪੈਸਾ ਕਦੀ ਲੱਗ ਕਰਕੇ ਨਹੀਂ ਵੇਖਿਆ ਜਾ ਸਕਦਾ, ਇਸ ਕਰਕੇ ਠੀਕ ਗੱਲ ਆ। ਚਲੋ ਹੁਣ ਜਾਂਚ ਹੋ ਰਹੀ ਆ। ਜੀ ਜਦੋਂ ਸਿੰਗਲਾ ਸੀਗਾ ਉਦੋਂ ਤੇ ਬੜੀ ਜਲਦੀ ਐਕਸ਼ਨ ਲਿਆ ਸੀ ਸਾਡੇ ਮੁੱਖ ਮੰਤਰੀ ਸਾਹਿਬ, ਹੁਣ ਪਤਾ ਨਹੀਂ ਕਿਉਂ ਢਿੱਲੇ ਪੈ ਗਏ ਜੀ। ਜੀ ਬੜੀ ਸਾਹਿਬ, ਸਾਡਾ ਨੈਕਸਟ ਕਾਲਰ ਨੇ ਜੀ ਲਾਈਨ ਤੇ, ਐਂਡ ਅਸੀਂ ਫਿਰ ਲਾਸਟ ਕਾਲ ਹੋਵੇਗੀ ਸਾਡੀ ਅੱਜ ਦੀ। ਲੈਂਦੇ ਨੈਕਸਟ ਕਾਲ। ਸਤਿ ਸ਼੍ਰੀ ਅਕਾਲ ਕਾਲਰ। ਹਾਂਜੀ ਪੱਟੀ ਸਾਹਿਬ ਸਤਿ ਸ੍ਰੀ ਅਕਾਲ। ਚਾਵਲਾ ਜੀ ਤੁਹਾਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ ਪਹਿਲਾਂ ਤੇ ਮੈਂ ਤੁਹਾਨੂੰ ਕਲੀਅਰ ਕਰਦਾ ਕਿ ਮੈਂ ਕੈਪਟਨ ਨਹੀਂਗਾ, ਮੈਂ ਵਿਰਕ ਹੀ ਹਾਂ ਸਿਰਫ। ਠੀਕ ਹੈ। ਕਿਉਂ ਕੀ ਗੱਲ? ਬਸ ਜੀ ਤੁਹਾਨੂੰ ਦੱਸਿਆ ਵੀ ਮੈਨੂੰ ਵਿਰਕ ਉਹ ਕੈਪਟਨ ਸਾਹਿਬ ਹੋਰ ਨੇ, ਆਵਾਜ਼ ਮਿਲਦੀ ਜੁਲਦੀ ਹੈ। ਅੱਛਾ 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 ਬਹੁਤ ਹੀ ਅੱਛਾ ਠੀਕ ਹੈ ਮੇਰੇ ਸਾਹਿਬ, ਕੋਈ ਨਹੀਂ। ਕੈਪਟਨ ਕਿਹਾ ਤਾਂ ਮਾੜੀ ਗੱਲ ਥੋੜੀ ਹੈ, ਕੈਪਟਨ ਨੂੰ ਬੜਾ ਮਾੜੀ ਨਹੀਂ ਹੈ। ਤੁਸੀਂ ਵੈਸੇ ਮੈਂ ਕਿਹਾ ਵੀ ਦੱਸਦੇ ਆ ਨਾ, ਜਾਣ ਪਛਾਣ ਨਾਲ ਇੱਧਰ ਹੋ ਕੇ ਗੱਲਾਂ ਕਰਦੇ ਨੂੰ ਜਾਣ ਪਛਾਣ। ਅੱਛਾ ਮੇਰਾ ਸਵਾਲ ਹੈ, ਦੇਖੋ ਅੱਛਾ ਅੱਛਾ ਜੀ ਕਿ ਬੰਗਾਲ ਦੀ ਸੀਐਮ ਜਿਹੜੀ ਹੈ ਸੈਂਟਰ ਨਾਲ ਇਸ ਵੇਲੇ ਪੂਰੀ ਅੜੀ ਹੈ। ਉਹਨੇ 17 ਤਰੀਕ ਨੂੰ ਫੈਸਲਾ ਕਰ ਲਿਆ ਵੀ ਆਪਣੇ ਲੈਜਿਸਲੇਚਰ ਸੱਦ ਕੇ, ਆਪਣਾ ਵਿਧਾਨ ਸਭਾ ਸੱਦ ਕੇ ਤੇ ਮੈਂ ਮਤਾ ਪਾਸ ਕਰਨਾ ਜਾਂ ਬਿੱਲ ਪਾਸ ਕਰਨਾ, ਇਹਦੇ ਬਾਰੇ ਮੈਂ ਕਲੀਅਰ ਨਹੀਂ। ਮੇਰਾ ਖਿਆਲ ਮਤਾ ਹੀ ਪਾਸ ਕਰੇਗੀ, ਬਿੱਲ ਤੇ ਪਾਸ ਨਹੀਂ ਕਰ ਸਕਦੇ ਕਿਉਂਕਿ ਸੈਂਟਰ ਦੇ ਵਿੱਚ ਵੜਕੋ ਹੈ ਵੀ ਸਾਡੇ ਕੋਈ ਵੀ ਸੈਂਟਰਲ ਏਜੰਸੀ ਸਾਡੀ ਸਟੇਟ ਦੇ ਵਿੱਚ ਕੋਈ ਵੀ ਕਿਸੇ ਵੀ ਕੰਮ ਵਾਸਤੇ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਰੇਟ ਨਾ ਕਰੇ। ਇਹਦੇ ਬਾਰੇ ਦੱਸਿਆ ਜਰਾ ਜੀ। ਬਹੁਤ ਬਹੁਤ ਧੰਨਵਾਦ ਵਿਰਕ ਸਾਹਿਬ। ਦੋ ਚੀਜ਼ਾਂ ਨੇ ਜੀ, ਬਿਲਕੁਲ ਜਦੋਂ ਕੋਈ ਮਤਾ ਬਿੱਲ ਪਾਸ ਕਰਨਾ ਹੁੰਦਾ ਉਹ ਬਕਾਇਦਾ ਤੌਰ ਤੇ ਪਹਿਲਾਂ ਕੈਬਨਿਟ ਦੇ ਅੰਦਰ ਦਾ, ਕੈਬਨਿਟ ਦੇ ਪਾਸ ਕਰਨ ਤੋਂ ਬਾਅਦ ਫਿਰ ਹਾਊਸ ਪੇਸ਼ ਕੀਤਾ ਜਾਂਦਾ। ਉਹਦੀ ਕੋਈ ਮਰਿਆਦਾ ਹੁੰਦੀ ਹੈ, ਉਹਦਾ ਕੋਈ ਤਰੀਕਾ ਹੁੰਦਾ ਵਾ। ਜਿਹੜੀ ਗੱਲ ਤੁਸੀਂ ਕਹੀ ਹੈ ਇਹ ਗੱਲ ਠੀਕ ਹੈ। ਇਹ ਮਤਾ ਪਾਸ ਕਰਨਾ ਵੀ ਜਿਹੜੀ ਕੋਈ ਵੀ ਏਜੰਸੀ ਇੱਥੇ ਆਉਂਦੀ ਆ ਸਾਡੇ ਪੁੱਛੇ ਬਗੈਰ ਇੱਥੇ ਕਾਰਵਾਈ ਨਹੀਂ ਕਰ ਸਕਦੀ, ਸਟੇਟ ਸਾਡੀ ਹੈ ਜੀ। ਦੋ ਮੁੱਖ ਮੰਤਰੀ ਹੈ ਅੱਜ ਤੱਕ ਜੀ। ਪਹਿਲਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਸੀ, ਜਿਹਨੇ ਤੁਹਾਨੂੰ ਪਤਾ ਜੀ ਅਡਵਾਨੀ ਦਾ ਰੱਥ ਰੋਕਿਆ ਸੀ ਜੀ, ਫੜ ਕੇ ਅੰਦਰ ਦਿੱਤਾ। ਤੇ ਦੂਜੀ ਬੀਬੀ ਇਹ ਆ ਜਿਹਨੇ ਜਿਹਨੇ ਪੁਲਿਸ ਨੂੰ ਕਹਿੰਦਾ ਸੀ ਟੱਕਰ ਲਓ, ਫੜ ਕੇ ਦੇ ਦਿਓ ਅੰਦਰ ਸੀਗੇ ਜੇ ਕੋਈ ਗੱਲ ਮੈਂ ਵੇਖ ਲੂੰਗਾ। ਹੁਣ ਉਹਦੀ ਗੱਲ ਠੀਕ ਹੈ, ਲੇਕਿਨ NIA ਨੂੰ ਤੁਸੀਂ ਨਹੀਂ ਰੋਕ ਸਕਦੇ, ED ਨੂੰ ਨਹੀਂ ਰੋਕ ਸਕਦੇ ਹੋ, ਕੋਈ ਗੱਲ ਨਹੀਂ। NIA ਤੁਸੀਂ ਨਹੀਂ ਰੋਕ ਸਕਦੇ। NIA ਨੇ ਸਿਰਫ ਓਨਲੀ ਤੇ ਓਨਲੀ ਟੈਰਰਿਸਟ ਜਿਹੜੇ ਮਾਮਲੇ ਆ ਉਹਨਾਂ ਜਿਹੜੀ ਆ ਉਹ ਕਰਨੀ ਹੁੰਦੀ ਹੈ, ਜਾਂਚ ਕਰਨੀ ਹੁੰਦੀ ਹੈ ਜੀ। ਤੇ ਚੰਗੀ ਗੱਲ ਆ ਜੀ, ਅਸੀਂ ਗੱਲ ਦੀ ਵਧਾਈ ਦਿੰਦੇ ਹਾਂ ਉਹਨੂੰ। ਬੀਬੀ ਤੂੰ ਇਹ ਮਤਾ ਪਾਸ ਕਰ, ਠੀਕ ਆ, ਘੱਟੋ ਘੱਟ ਸਟੇਟ ਨੂੰ ਪਤਾ ਤਾਂ ਹੋਣਾ ਚਾਹੀਦਾ। ਨਹੀਂ ਜਿਹਨੂੰ ਮਰਜ਼ੀ ਫਰਕ ਲੈ, ਜਿਹਨੂੰ ਮਰਜ਼ੀ ਛੱਡ ਦਿਓ, ਤੁਸੀਂ ਕਿੱਥੇ ਲਿਖਿਆ ਹੈਗਾ? ਕੱਲ NIA ਨੇ ਪੰਜਾਬ ਦੇ 50 ਜਗ੍ਹਾ ਛਾਪੇ ਮਾਰੇ, 50 ਜਗ੍ਹਾ ਦੇ ਉੱਤੇ। ਵਾਓ। ਗੈਂਗਸਟਰ ਨੇ ਮਾਰੇ ਆ, ਸਮਗਲਰ ਦੇ ਮਾਰੇ ਆ, ਕਈਆਂ ਦੇ ਅੱਤਵਾਦੀਆਂ ਨੇ ਮਾਰੇ, ਕਈ ਪੜਤਾਲ ਕੀਤੀ ਆ, ਲਾਰੈਂਸ ਬਿਸ਼ਨੋਈ ਦੇ ਘਰ ਕੀਤੀ ਆ, ਭਗਵਾਨ ਜੰਗੂਪੁਰੀ ਨੇ ਕੀਤੀ ਆ, ਸੁੱਕੇ ਬੁੱਢੇ ਨੇ ਕੀਤੀ ਆ, ਕਿਹਦੇ ਘਰ ਨੇ ਕੀਤੀ ਜੀ? ਬਿਲਕੁਲ ਬਿਲਕੁਲ। ਉੱਥੋਂ ਕੁਝ ਡਾਕੂਮੈਂਟ ਵੀ ਇਕੱਠੇ ਕੀਤੇ ਆ। ਅਸੀਂ ਇਹ ਗੱਲ ਨਹੀਂ ਕਿ NIA ਨੇ ਤੁਸੀਂ ਨਹੀਂ ਰੋਕ ਸਕਦੇ, ਜਿੱਦੇ ਮਰਜ਼ੀ ਨੂੰ ਪਾਸ ਕਰ ਦਿਓ, ਉਹ ਸਿਰਫ ਟੈਰਰਿਸਟ ਐਕਟੀਵਿਟੀ ਦੇ ਉੱਤੇ ਕਾਰਵਾਈ ਕਰਦੀ ਹੈ ਜੀ। ਕੁਇਕਲੀ ਭੱਟੀ ਸਾਹਿਬ, ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਮੰਤਰੀਆਂ ਨੂੰ ਅਦਾਲਤ ਤੋਂ ਨਹੀਂ ਮਿਲੀ ਜ਼ਮਾਨਤ, ਇਹਦੀ ਕੀ ਖਬਰ ਆ ਰਹੀ ਹੈ ਜੀ? ਇਹ ਖਬਰ ਇਹ ਹੈ ਜੀ ਵੀ 2020 ਦੇ ਵਿੱਚ, ਜੁਲਾਈ 2020 ਦੇ ਵਿੱਚ ਕੋਈ 125 ਦੇ ਕਰੀਬ ਬੰਦਾ ਜਿਹੜਾ ਸੀ ਤਰਨਤਾਰਨ ਦੇ ਵਿੱਚ ਮਰ ਗਿਆ ਸੀਗਾ ਸ਼ਰਾਬੀ। ਅੱਛਾ। ਜ਼ਹਿਰੀਲੀ ਸ਼ਰਾਬੀ। ਉਦੋਂ ਇਹਨਾਂ ਨੇ ਆਮ ਆਦਮੀ ਪਾਰਟੀ ਵਾਲੇ ਕਿਹਾ ਜੀ ਜ਼ਹਿਰੀਲੀ ਸ਼ਰਾਬ ਵਿਕਰੀ ਆ, ਬੰਦੇ ਮਰ ਗਏ, ਤੇ ਇਹਨਾਂ ਤਰਨਤਾਰਨ ਦੇ DC ਦੇ ਬਾਹਰ ਬਕਾਇਦਾ ਆ ਕੇ ਧਰਨਾ ਦਿੱਤਾ ਸੀ, ਜਿਹਦੇ ਵਿੱਚ ਕੁਲਤਾਰ ਸਿੰਘ ਸੰਧਵਾ ਵੀ ਸ਼ਾਮਲ ਸੀ, ਮੀਤ ਹੇਰ ਸ਼ਾਮਲ ਸੀ, ਉਹਦੇ ਵਿੱਚ ਲਾਲਜੀਤ ਭੁੱਲਰ ਵੀ ਸ਼ਾਮਲ ਸੀਗਾ, ਹਰਭਜਨ ਸਿੰਘ ਕੀਓ ਵੀ ਸ਼ਾਮਲ ਸੀਗਾ, ਹੋਰ ਵੀ ਸ਼ਾਮਲ ਸੀ। ਇਹਨਾਂ ਨੇ ਧਰਨਾ ਦਿੱਤਾ ਸੀ ਤੇ ਪੁਲਿਸ ਨੇ ਇਹਨਾਂ ਨੇ ਮੁਕੱਦਮਾ ਦਰਜ ਕਰ ਦਿੱਤਾ ਸੀ। ਹੁਣ ਪੁਲਿਸ ਨੇ ਮੁਕੱਦਮਾ ਦਰਜ ਕਰਤਾ ਤੇ ਅਦਾਲਤ ਨੂੰ ਪੇਸ਼ ਹੋਣ ਵਾਸਤੇ ਕਹਿੰਦੀ ਪੇਸ਼ ਨਹੀਂ ਹੋਈ
ਜੀ ਹਰ ਵੇਲੇ ਕੋਈ ਬਹਾਨਾ ਤਾਂ ਨਹੀਂ, ਬਿਲਕੁਲ ਇਦਾਂ ਨਹੀਂ ਕਰਨਾ। ਅਦਾਲਤ ਨੇ ਕਹਿਤਾ ਵੀ ਇਹਨਾਂ ਦੀ ਗੈਰ ਜ਼ਬਾਨੀ ਪ੍ਰਗਟ ਕਰੋ, ਜੀ ਬੇਲ ਇਹਨਾਂ ਦੀ ਰੱਦ ਕਰ ਦਿੱਤੀ ਹੈ। ਹੁਣ ਇਹਨਾਂ ਨੂੰ ਲੋਅਰ ਕੋਰਟ ਤੋਂ ਸੈਸ਼ਨ ਕੋਰਟ ਜਾ ਕੇ ਬੇਲ ਲੈਣੀ ਪਊਗੀ, ਐਂਟੀਸਿਪੇਟਰੀ ਬੇਲ ਜਿਹੜੀ ਲੈਣੀ ਇਹਨਾਂ ਨੇ। ਇਸ ਕਰਕੇ ਇਹਨਾਂ ਦੀ ਜ਼ਮਾਨਤ ਰੱਦ ਹੋਣ ਕੇ ਥੋੜੀ ਜਿਹੀ ਇਹਨਾਂ ਦੀਆਂ ਮੁਸ਼ਕਲਾਂ ਵਧੀਆ ਨੇ ਕਿ ਮੇਰੇ ਖਿਆਲ ਸ਼ਾਇਦ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਾ ਤੇ ਜਿਹੜੀਆਂ ਉਹ ਠੰਡੀਆਂ ਹਵਾ ਕੈਨੇਡੀਅਨ ਲੈਂਡ ਹੈ, ਕਹਿੰਦੇ ਝੀਲਾਂ ਬੜੀਆਂ ਉੱਥੇ ਇਸ਼ਨਾਨ ਕਰਦੇ ਹੋਣੇ ਆ। ਤੇ ਇੱਥੇ ਜਿਹੜੇ ਬਾਕੀ ਨੇ ਤੁਹਾਨੂੰ ਪਤਾ ਸਰਕਾਰ ਹੁੰਦੀ ਫਿਰ ਘੱਟ ਹੀ ਪ੍ਰਭਾਵ ਨੂੰ ਘੱਟ ਕਰਦੇ ਆ। ਜੀ ਪਤਾ ਵੀ ਬੇਲ ਤੇ ਮਿਲ ਜਾਣੀ, ਇੱਥੋਂ ਦੂਜੀ ਹਾਈਕੋਰਟ ਨੂੰ ਕਿਹੜੇ ਜੇਲ੍ਹ ਚ ਪੈਸੇ ਖਰਚ ਕਰਨੇ, ਸਰਕਾਰੀ ਵਕੀਲ ਹੈਗੇ ਆ ਜਾਂ ਆਪੇ ਪੈਸੇ ਜਾਣੇ ਸਰਕਾਰੀ ਖਜ਼ਾਨੇ, ਕੀ ਫਰਕ ਪੈਂਦਾ ਉੱਥੇ ਜੀ। ਆਲਰਾਈਟ ਭੱਟੀ ਸਾਹਿਬ, ਸਾਨੂੰ ਹੁਣ ਤੁਸੀਂ ਇੱਥੇ ਤੇ ਆ ਗਿਆ, ਤੁਹਾਨੂੰ ਹੁਣ ਕੱਲ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਦੇ ਪ੍ਰੋਗਰਾਮ ਦੇ ਵਿੱਚ ਤਕਰੀਬਨ 10:30 ਵਜੇ ਭੱਟੀ ਸਾਹਿਬ ਸਵੇਰੇ ਹਾਜ਼ਰ ਹੋ ਜਾਂਦੇ ਨੇ ਇੱਕ ਵਾਰੀ ਫਿਰ ਤੋਂ, ਤੇ ਆਪਾਂ ਕੱਲ ਨੂੰ ਫਿਰ ਹੋਰ ਲੰਬੀਆਂ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਭੱਟੀ ਸਾਹਿਬ। ਸਾਨੂੰ ਹੁਣ ਦਿਓ ਆ ਗਿਆ ਜੀ, ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।